सरकार की तरफ से एडवोकेसी प्रोफेशन को किसी भी तरह की कोई मदद आज तक नहीं दी गई। ਕਿਉਂਕਿ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੋ ਚੁੱਕੇ ਆ ਕਿ ਸਾਡੇ ਵਕੀਲਾਂ ਦਾ ਰੋਜ਼ ਦਾ ਜਿਹੜਾ ਰੋਜੀ ਰੋਟੀ ਦਾ ਹੈ ਉਹ ਵੀ ਕੰਮ ਠੱਪ ਹੋਇਆ ਪਿਆ। मैं ये साफ लफ्ज़ों में आप सभी को बताना चाहता हूँ कि हमारे वकील साहिबान जिस मेंटल लेवल और मेंटल टेंशन से बीत रहे हैं वो आम लोगों के लिए अंदाज़ा लगाना बहुत ज़्यादा मुश्किल है। ਤੇ ਸਰਕਾਰ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਵਕੀਲਾਂ ਬਾਰੇ ਵੀ ਜ਼ਰੂਰ ਕੁਝ ਸੋਚਣ, ਕਿਉਂਕਿ ਹਰ ਇੱਕ ਕਲਾਸ ਦਾ ਜਿਹੜਾ ਸਰਕਾਰਾਂ ਸੋਚਦੀਆਂ ਨੇ ਪਰ ਵਕੀਲਾਂ ਨੂੰ ਇਗਨੋਰ ਕੀਤਾ ਜਾਂਦਾ ਹਮੇਸ਼ਾ ਹੀ। ਇਲੈਕਸ਼ਨ ਵੇਲੇ ਜਿਹੜਾ ਉਦੋਂ ਵਕੀਲਾਂ ਦੇ ਕੋਲ ਆ ਜਾਂਦੇ ਨੇ ਕਿ ਠੀਕ ਹੈ ਜੀ ਵੋਟਾਂ ਪਾ ਦਿਓ ਸਾਨੂੰ ਤੇ ਸਾਡੀਆਂ ਸਰਕਾਰਾਂ ਬਣਾ ਦਿਓ, ਜਿਤਾ ਦਿਓ। D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं जिला कचहरी में। खासकर हम बात करेंगे आज उन युवा वकीलों की जिनको कोरोना काल ने काफ़ी प्रभावित किया है। एक तो होता है कोरोना काल में वकील फाइनेंशियल क्राइसिस से गुजर रहे हैं और दूसरे वकील वो भी हैं जिनके पास जो काम नहीं है क्योंकि अदालतें बंद हैं, मेंटल क्राइसिस से इन्हें गुजरना पड़ रहा है। इनकी ओर से एक बार एसोसिएशन के प्रधान को आज मेमोरेंडम भी दिया गया है। हमारे साथ कुछ वकील हैं, एडवोकेट रजत आनंद, इनसे बात करते हैं। रजत जी, सारे कोरोना काल के दौरान वकीलों को किस किहड़े दौर तो गुजरना पै रहा है? सर सब तो ज़्यादा तो जड़ा है सब तो ज़्यादा क्राइसिस हैगा होगा फाइनेंशियल क्राइसिस, ਜਿਹਦੇ ਵਿੱਚ ਕਿਉਂਕਿ ਐਡਵੋਕੇਟਸ ਨੂੰ ਜਿਹੜੀ ਇਨਕਮ ਹੈਗੀ ਹੈ ਸਿਰਫ ਪ੍ਰੈਕਟਿਸ ਤੋਂ ਹੋ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਇਨਕਮ ਨਹੀਂ ਹੈਗੀ ਕਿਉਂਕਿ ਸਾਡੇ ਐਡਵੋਕੇਟ ਐਕਟ ਦੇ ਵਿੱਚ ਇੱਕ ਬਾਰ ਹੈ, ਇੱਕ ਸੈਕਸ਼ਨ ਹੈ ਕਿ ਜਿਹਦੇ 'ਚ ਜਿਹੜਾ ਐਡਵੋਕੇਟ ਹੈ, ਪ੍ਰੈਕਟਾਈਜ਼ਿੰਗ ਐਡਵੋਕੇਟ ਹੈ, ਉਹ ਸਿਰਫ ਪ੍ਰੈਕਟਿਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਸਕਦਾ। ਹੁਣ ਪਿਛਲੇ 1.5-2 ਸਾਲ ਦੇ ਵਿੱਚ ਇਹ ਸਾਰੀ ਪ੍ਰੈਕਟਿਸ ਬੰਦ ਹੋਈ ਹੈ। ਕੋਈ ਕੇਸਿਸ, ਕੋਈ ਕੋਰਟਸ ਓਪਨ ਨਹੀਂ ਹੈਗੀ, ਲਿਮਿਟਿਡ ਕੰਮ ਚੱਲ ਰਿਹਾ, ਜਿਹਦੇ ਨਾਲ ਬੜੇ ਜਿਹੜੇ ਐਡਵੋਕੇਟਸ ਨੇ ਕਈ ਪ੍ਰੋਫੈਸ਼ਨ ਛੱਡ ਵੀ ਗਏ ਨੇ। ਕਈਆਂ ਨੇ ਉੱਪਰ ਜਿਹੜੇ ਸਾਡੀ ਬਾਰ ਕੌਂਸਲ ਹੈ ਉਹਨਾਂ ਨੂੰ ਐਪਲੀਕੇਸ਼ਨਸ ਮੂਵ ਕੀਤੀਆਂ ਕਿ ਜੇ ਸਾਨੂੰ ਪ੍ਰੈਕਟਿਸ ਤੋਂ ਇਲਾਵਾ ਹੋਰ ਵੀ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਔਰ ਕਈਆਂ ਨੇ ਤਾਂ ਇੱਥੋਂ ਤੱਕ ਹੈ, ਕਈ ਇਹ ਡਾਟਾ ਇੱਥੋਂ ਵੀ ਹੈ ਕਿ ਕਈ ਹੋਰ ਸਟੇਟਸ ਵਕੀਲਾਂ ਨੇ ਸੁਸਾਈਡ ਤੱਕ ਕਮਿਟ ਕੀਤੀ ਹੈ ਕਿ ਉਹਨਾਂ ਨੂੰ ਇੰਨਾ ਕ੍ਰਾਈਸਿਸ ਆ ਗਿਆ, ਇੰਨੀ ਮੈਂਟਲ ਹਰਾਸਮੈਂਟ ਹੋ ਗਈ ਕਿ ਕੰਮ बिल्कुल बंद है। क्योंकि देखो प्रैक्टिस नहीं चलेगी तो इनकम नहीं होएगी, इनकम नहीं चलेगी तो बच्चों की ना फीस भरी जा सकती है, ना उन्होंने घर के खर्चे चलने हैं क्योंकि सरकार वालों वकीलों को किसी तरह की कोई भी सहूलत नहीं दी गई हैगी। ਤੁਹਾਡੇ ਵੱਲੋਂ ਅੱਜ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵਿਪਨ ਟੰਡਨ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਜਾ ਰਿਹਾ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਕਿਆ ਉਹਦੇ 'ਚ ਕਿਆ ਲਿਖਿਆ? ਤੁਸੀਂ ਕੋਰਟ ਦੀਆਂ ਹੁਣ ਜਿਹੜੀਆਂ ਕੁਝ ਰਿਸਟ੍ਰਿਕਸ਼ਨ ਲਗਾਈਆਂ ਉਹ ਕਿਆ ਹੈ? ਤੁਹਾਨੂੰ ਉਮੀਦ ਸੀ ਵੀ ਕੋਰਟ ਬਿਲਕੁਲ ਜਿੰਨੀਆਂ ਵੀ ਰਿਸਟ੍ਰਿਕਸ਼ਨ ਚੁੱਕ ਦੇਗੀ? देखो ਜਿਹੜਾ ਸੀਗਾ ਸਮਰ ਵਕੇਸ਼ਨਸ ਤੋਂ ਪਹਿਲਾਂ ਜਿਹੜਾ ਸੀਗਾ ਕੋਵਿਡ ਵੇਵ 2 ਦੇ ਵਿੱਚ ਜਿਹਦੇ 'ਚ ਕੋਰਟ ਨੇ ਫਿਰ ਕੰਮ ਬਿਲਕੁਲ ਬੰਦ ਕਰਤਾ ਸੀਗਾ। ਹੁਣ ਸਾਨੂੰ ਹੋਪ ਸੀਗੀ ਕਿਉਂਕਿ ਵੈਕਸੀਨੇਸ਼ਨ ਇੰਨੀ ਕੁ ਲੱਗ ਚੁੱਕੀ ਹੈ, ਜਿਤਨਾ ਸਾਨੂੰ ਇਹ ਸੀਗਾ ਕਿ ਜੁਲਾਈ ਦੇ ਵਿੱਚ ਕੋਟਾ ਫਿਰ ਖੁੱਲ੍ਹ ਜਾਣਗੀਆਂ ਰੈਗੂਲਰ ਮੈਨਰ ਦੇ ਵਿੱਚ। ਬਟ ਫਿਰ ਵੀ ਹੁਣ ਉਹਨਾਂ ਨੇ 50% ਵਰਕਿੰਗ ਅਲਾਓ ਕੀਤੀ ਔਰ ਜਿਹੜੇ ਕੰਮ ਉਹਨਾਂ ਨੇ ਕਿਹਾ ਇੱਕ ਲਿਸਟ ਤਿਆਰ ਕਰਤੀ ਹੈ 10-12 ਕੰਮ ਦੀ ਕਿ ਸਿਰਫ ਇਹੀ ਕੰਮ ਚੱਲਣਗੇ, ਜਿਵੇਂ ਬੇਲ ਮੈਟਰ ਹੈ, ਸਟੇ ਮੈਟਰ ਹੈ ਜਾਂ ਇਸ ਤੋਂ ਇਲਾਵਾ ਕੋਈ ਐਗਜ਼ੀਕਿਊਸ਼ਨ ਐਪਲੀਕੇਸ਼ਨ ਹੈ, ਉਹੀ ਐਂਟਰਟੇਨ ਹੋਣਗੀਆਂ, ਬਾਕੀ ਕੋਈ ਕੰਮ ਐਂਟਰਟੇਨ ਨਹੀਂ ਹੋਗਾ। ਦੇਖੋ ਇਹਦੇ ਵਿੱਚ ਸਿਵਲ ਲਿਟੀਗੇਸ਼ਨ ਬਿਲਕੁਲ ਬੰਦ ਆ। ਸਿਵਲ ਲਿਟੀਗੇਸ਼ਨ 2 ਸਾਲਾਂ ਤੋਂ ਬੰਦ ਪਈ ਹੈ। ਸਿਰਫ ਅੱਜ ਅਸੀਂ ਕੇਸ ਫਾਈਲ ਕਰ ਦਈਏ, ਸਟੇ 'ਤੇ ਆਰਗਿਊ ਕਰ ਦਈਏ, ਉਸ ਤੋਂ ਬਾਅਦ ਨਾ ਨੋਟਿਸ ਜਾਣੇ ਆ, ਨਾ ਅਪੀਅਰ ਹੋਣਾ, ਨਾ ਜਵਾਬ ਦਾ ਆਉਣਾ, ਅਤੇ ਉਹ ਲਿਟੀਗੇਸ਼ਨ ਫਿਰ ਪੈਂਡਿੰਗ ਦੀ ਪੈਂਡਿੰਗ ਹੀ ਚੱਲ ਜਾਣੀ ਆ, ਜਿਹਦਾ ਉਹਦਾ ਕੇਸ ਫਾਈਲ ਕਰਨ ਦਾ ਸਾਨੂੰ ਉਸ ਚੀਜ਼ ਦਾ ਨਾ ਕਲਾਇੰਟ ਨੂੰ ਬੈਨੀਫਿਟ ਆ ਰਿਹਾ, ਨਾ ਸਾਨੂੰ ਕੋਈ ਬੈਨੀਫਿਟ ਆ ਰਿਹਾ ਉਸ ਚੀਜ਼ ਦਾ। ਕਿਉਂਕਿ ਜਦੋਂ ਲੋਕਾਂ ਨੂੰ ਜਸਟਿਸ ਹੀ ਨਹੀਂ ਮਿਲੇਗਾ, ਜਦੋਂ ਕੋਰਟ ਵੱਲੋਂ ਜਸਟਿਸ ਨਹੀਂ ਪ੍ਰੋਵਾਈਡ ਹੋਏਗਾ ਤਾਂ ਫਿਰ ਲੋਕੀ ਨਾ ਤਾਂ ਕੋਰਟ ਵੱਲ ਜਾਣਗੇ, ਨਾ ਵਕੀਲਾਂ ਦੀ ਵਕਾਲਤ ਚੱਲੇਗੀ। ਇਸ ਤੋਂ ਇਲਾਵਾ ਹੁਣ ਜਿਹੜੇ ਕੰਪਲੇਂਟ ਕੇਸਿਸ ਹੈਗੇ ਆ ਜਿਹੜੇ ਪੈਂਡਿੰਗ ਚੱਲ ਰਹੇ ਇੰਨੀ ਦੇਰ ਤੋਂ ਜਾਂ ਜਿਹੜੇ ਨਵੇਂ ਉਹਨਾਂ ਦੀ ਹੀਅਰਿੰਗ ਨਹੀਂ ਹੈ। ਐਕਸ ਪਾਰਟੀ ਜਿਹੜੇ ਮੈਟਰਸ ਹੈਗੇ ਆ ਜਿਨ੍ਹਾਂ ਦੀ ਐਗਜ਼ੀਕਿਊਸ਼ਨ ਅਸੀਂ ਫਾਈਲ ਕਰਨੀ ਆ ਉਹ ਵੀ ਨਹੀਂ ਚੱਲ ਪਾ ਰਹੀਆਂ। ਸੋ ਆਲ ਆਫ ਦੀ ਸਡਨ ਸਾਰਾ ਹੀ ਕੰਮ ਅਫੈਕਟ ਹੋ ਰਿਹਾ, ਚਾਹੇ ਉਹ ਵਕੀਲ ਹੈ, ਚਾਹੇ ਉਹ ਲਿਟੀਗੈਂਟ ਹੈ, ਉਹ ਸਾਰੇ ਹੀ ਇਸ ਚੀਜ਼ ਨਾਲ ਸਫਰ ਕਰ ਰਹੇ ਆ ਔਰ ਕੋਈ ਵੀ ਸਹੂਲਤ ਨਾ ਜੁਡੀਸ਼ਰੀ ਵੱਲੋਂ ਹੈ ਨਾ ਸਰਕਾਰ ਵੱਲੋਂ ਹੈ ਇਸ ਮੈਟਰ ਦੇ ਵਿੱਚ। ਕਿਉਂਕਿ ਸਭ ਕਿਆ ਨਾਮ ਹੈ ਤੁਹਾਡਾ? ਮਾਨਵ ਆਨੰਦ। ਮਾਨਵ ਜੀ, ਇੱਕ ਤਾਂ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਵਕੀਲ ਗੁਜ਼ਰ ਰਹੇ ਹੈ, ਲੋਕਾਂ ਨੂੰ ਜਿਹੜਾ ਇਨਸਾਫ ਮਿਲਣ 'ਚ ਵੀ ਦੇਰੀ ਹੋ ਰਹੀ ਹੈ, ਤੇ ਹੋਰ ਕਿਆ ਕਿਆ ਪਰੇਸ਼ਾਨੀਆਂ ਆ ਰਹੀਆਂ? ਦੇਖੋ ਸਰ, ਫਾਈਨੈਂਸ਼ੀਅਲ ਕ੍ਰਾਈਸਿਸ ਇੱਕ ਸੈਪਰੇਟ ਚੀਜ਼ ਹੈ। ਪੈਰਾਡਾਇਮਿਕ 'ਚ ਫਾਈਨੈਂਸ਼ੀਅਲ ਕ੍ਰਾਈਸਿਸ ਹਰ ਕਮਿਊਨਿਟੀ ਨੇ, ਹਰ ਸੋਸਾਇਟੀ ਦੇ ਵਿੱਚ ਹਰ ਤਬਕੇ ਨੇ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਇਹਦੇ ਵਿੱਚ ਸਫਰ ਕੀਤਾ। ਬਟ ਮੈਂ ਗੱਲ ਕਰ ਰਿਹਾ ਮੈਂਟਲ ਕ੍ਰਾਈਸਿਸ ਦੀ। ਮੈਂਟਲ ਕ੍ਰਾਈਸਿਸ ਯਾਨੀ ਕਿ ਜਦੋਂ ਕਰੋਨਾ ਨਾਲ ਕੋਰਟਸ ਬੰਦ ਕੀਤੀਆਂ ਗਈਆਂ ਸੀ 2020 ਦੇ ਵਿੱਚ ਮਾਰਚ ਵਿੱਚ, ਜਦੋਂ ਕੋਰਟਸ ਬੰਦ ਕੀਤੀਆਂ ਗਈਆਂ ਸੀ ਉਦੋਂ ਇੱਕ ਸ਼ਾਇਦ ਇਹ ਸੀ ਕਿ ਸ਼ਾਇਦ 2 ਜਾਂ 3 ਮਹੀਨੇ ਲਈ ਇਹ ਚੀਜ਼ ਹੋਏਗੀ ਅਤੇ ਉਹ 2-3 ਮਹੀਨੇ ਤੋਂ ਬਾਅਦ ਇਹ ਚੀਜ਼ ਓਪਨ ਹੋ ਜਾਏਗੀ ਜਾਂ ਕਰੋਨਾ ਚਲਾ ਜਾਏਗਾ ਅਤੇ ਫਿਰ ਆਪਾਂ ਰੈਗੂਲਰ ਆਪਣੇ ਜਿਹੜੇ ਵਰਕਿੰਗ ਫੇਸ 'ਚ ਆ ਜਾਵਾਂਗੇ। ਬਟ ਕਿਉਂਕਿ
ਇਹ ਚੀਜ਼ ਜਿਹੜੀ ਹੈ ਪ੍ਰੋਲੋਂਗਡ ਤਰੀਕੇ ਨਾਲ ਆ ਰਹੀ ਹੈ, ਅਲੱਗ-ਅਲੱਗ ਵੇਰੀਐਂਟਸ ਆ ਰਹੇ ਨੇ। ਜਿਹੜੀ ਸਾਡੀ ਕਰੋਨਾ ਦੀ ਇੰਜੈਕਸ਼ਨ ਹੈ ਉਹ ਵੀ ਇਹਨੂੰ 100% ਜਿਹੜੀ ਹੈ ਰੋਕਥਾਮ ਨਹੀਂ ਕਰ ਪਾਈ ਹੈ। ਸੋ ਜਿਹੜਾ ਮੈਂਟਲ ਕ੍ਰਾਈਸਿਸ, ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਇੱਕ ਲਾਇਰ ਹਾਂ, ਸਾਡੇ ਕੋਲ ਕੇਸਿਸ ਹੁੰਦੇ ਨੇ, ਆਪਾਂ ਆਪਣੇ ਰੂਟੀਨ ਦੇ ਵਿੱਚ ਕੋਰਟ ਆਣਾ, ਆਪਣੀ ਲਿਸਟ ਤਿਆਰ ਕਰਨੀ ਕਿ ਅੱਜ ਮੇਰੇ 10 ਕੇਸ ਲੱਗੇ ਨੇ, ਅੱਜ ਮੇਰੇ 15 ਕੇਸ ਲੱਗੇ ਨੇ, ਅੱਜ ਮੇਰੇ 50 ਕੇਸ ਲੱਗੇ ਨੇ, ਅੱਜ ਮੇਰੀਆਂ ਬੇਲਸ ਲੱਗੀਆਂ ਨੇ, ਮੈਂ ਆਰਗੂ ਕਰਨਾ ਹੈ, ਅੱਜ ਮੈਂ ਐਗਜ਼ਾਮੀਨੇਸ਼ਨ ਇਨ ਚੀਫ ਕਰਾਉਣਾ ਹੈ, ਅੱਜ ਮੈਂ ਕ੍ਰਾਸ ਐਗਜ਼ਾਮੀਨੇਸ਼ਨ ਕਰਾਉਣਾ ਹੈ। ਅਸੀਂ ਉਹ ਇੱਕ ਰੂਟੀਨ ਦੇ ਵਿੱਚ ਆਉਂਦੇ ਸੀ, ਆਪਣਾ ਕੰਮ ਕਰਦੇ ਸੀ, ਸਾਨੂੰ ਇੱਕ ਕੰਮ ਕਰਨ ਦੀ ਆਦਤ ਸੀ। ਹੁਣ ਜਿਹੜੀ ਉਹ ਆਦਤ ਹੈ ਉਸ ਕਰਕੇ, ਕਰੋਨਾ करके साडा रूटीन ਜਿਹੜਾ ਉਹ ख़त्म हो गया है। सो मेंटल क्राइसिस है। देखिए, इनका कहना है कि कोरोना ने बेकार करके रख दिया है वकीलों को। एक तरफ तो इनके ऊपर जो फाइनेंशियल क्राइसिस है और जो मेंटल स्ट्रेस इनके ऊपर दबाव है भी बेकार बैठे हुए हैं। ये बहुत बड़ा एक कोर्ट, ये इनकी बात सुनवाई जरूर होनी चाहिए। हमारे साथ सीनियर एडवोकेट हैं अजय वर्मानी, इनसे बात करते हैं। अजय जी, ਤੁਹਾਨੂੰ ਕੀ ਲੱਗਦਾ ਹੈ ਵੀ ਸਾਰਾ ਜਿਹੜਾ कोरोना काल ਦੇ ਵਿੱਚ ਵਕੀਲ ਸਫਰ ਕੀਤੇ हैं तो क्या क्या ਇਹਨਾਂ ਤੇ ਪ੍ਰਭਾਵ ਹੋਇਆ ਜੀ? देखिए सर, कुछ ऐसे प्रोफेशन है जिनका नज़र आता है कि वो लोग कोरोना काल में बहुत सारा अफेक्टेड हैं, लेकिन वकालत एक ऐसा पेशा है जो लोगों को नज़र नहीं आता। लेकिन अगर सच में पूछो तो कोरोना काल ने वकालत पेशे को एक ऐसा सेटबैक दिया है जिसको वापस ट्रैक में आने में कम से कम 2 या 3 साल लग जाएंगे। हमारे कई बच्चे जिन्होंने पिछले साल वकालत पास की थी या उससे पिछले साल पास की थी, उनको ये 2 साल तो उनकी किताबों में से बिल्कुल निकाल दीजिए। ना तो वो कुछ सीख पाए, ना वो कुछ कमा पाए, ना वो कहीं स्टैंड हो पाए। सो हम लोग ये समझते हैं कि हमारा एक वकालत ऐसा पेशा है जो दुनिया का एक सबसे नोबल प्रोफेशन माना जाता है, और लोगों के मन में कंसेप्शन है कि वकील लोगों की कमाई बहुत होती है। देखिए, आज की तारीख में मैं आपको एक फिगर कोट करने लगा हूँ। पंजाब का तो मुझे नहीं पता, लेकिन दिल्ली हाई कोर्ट में जहाँ तक मुझे पता लगा है करीबन 800 ऐसे वकील भाई बहन हैं जो, जहाँ तक मैंने सुना है, जहाँ तक मैंने पढ़ा है, कि उन लोगों ने परमिशन मांगी है, क्योंकि एडवोकेट्स एक्ट हम लोगों को ये परमिट नहीं करता कि हम लोग कोई और प्रोफेशन कर सकें एडवोकेसी में होते हुए। उन्होंने स्पेशली परमिशन मांगी है कि हमें कुछ ना कुछ और करने की परमिशन दी जाए। सरकार की तरफ से एडवोकेसी प्रोफेशन को किसी भी तरह की कोई मदद आज तक नहीं दी गई। जितने बच्चे आज की डेट में हमारे एडवोकेसी में आए, या वो वकील साहिबान जो प्रैक्टिस करते हैं लेकिन लिमिटेड प्रैक्टिस करते हैं, उन लोगों को बहुत इफ़ेक्ट हुआ। कुछ ऐसे जूनियर वकील साहिबान जो सीनियर वकील साहिबान के पास बतौर जूनियर प्रैक्टिस कर रहे हैं, तो सीनियर वकील साहब ने भी उनको कहा है कि जब तक कोरोना काल है तब तक आप आराम कीजिए और उसके बाद आ जाइए। मतलब आपको अजय जी ये लगता है कि जो युवा वकील थे खास तौर पर, उनको एक फाइनेंशियल क्राइसिस तो उन्होंने सोचा होगा, देखिए हर एक बंदे ने कुछ अपना टारगेट रखे होते हैं, मैं अचीव करूंगा। उनको एक फाइनेंशियल के साथ साथ मेंटल जो क्राइसिस है उससे भी गुजरना पड़ रहा है। बिल्कुल, आप देखिए, मैं आपको बताता हूँ, हम लोग जो भी काम करते हैं हमारे ऊपर साइकोलॉजिकल इफ़ेक्ट्स बहुत होते हैं। अगर हम लोग क्लाइंट्स के केसेस लड़ते हैं तो आप खुद समझिए, जब हम क्लाइंट का केस पकड़ते हैं, क्लाइंट के केस को पढ़ के तैयारी करके कोर्ट में जाते हैं, और जब हम अपने केस को प्लीड करते हैं तो हम किसको अपनी जगह रखते हैं? हम खुद उस क्लाइंट की जगह पे खड़े होते हैं जब आर्ग्यू कर रहे होते हैं। तो इसका मतलब ये हुआ कि जो साइकोलॉजिकल इफ़ेक्ट्स होते हैं जो क्लाइंट फेस करता है वो हमें फेस करने पड़ते हैं। अब एक वकील जो वर्क अल्कोहलिक है, जिसको वर्क करना पसंद है, अगर उसको कहा जाए कि तूने 6 महीने कोई काम नहीं करना और तूने सिर्फ घर पे बैठना है, तो उसके साइकोलॉजिकल इफ़ेक्ट्स आने शुरू हो जाते हैं। और जो हमारे रोज़मर्रा के, जो हमारे टाइम टू टाइम जो हमारे रूटीन्स होते हैं, अगर हम उससे हटते हैं तो ये एक बहुत बड़ा सेटबैक होता है। फाइनेंशियल क्राइसिस अनडाउटेडली बहुत ज़्यादा है, लेकिन एट द सेम टाइम मैं ये साफ लफ्ज़ों में आप सभी को बताना चाहता हूँ कि हमारे वकील साहिबान जिस मेंटल लेवल और मेंटल टेंशन से बीत रहे हैं, वो आम लोगों के लिए अंदाज़ा लगाना बहुत ज़्यादा मुश्किल है। और अगर ये कोर्ट्स की फंक्शनिंग धीरे धीरे स्टेप्स में, इसको जल्दी से जल्दी धीरे धीरे स्टेप्स में प्रिकॉशन लेके, जो भी हमारा, जो हमें कोरोना एप्रोप्रिएट बिहेवियर, जो हमें हमारी गवर्नमेंट कहती है कि कोरोना एप्रोप्रिएट बिहेवियर करो, डिस्टेंसिंग रखो, मास्क रखो, सैनिटाइज़र यूज़ करो, वैक्सीनेशन लगवाओ, अगर हम ये सब कुछ फॉलो करके भी कोर्ट नहीं खोलते
तो मैं आपको सही लफ्ज़ों में आपके चैनल के माध्यम से बताना चाहूँगा कि आने वाला टाइम वकालत प्रोफेशन के लिए बहुत ही डेंजरस प्रोफेशन हो जाएगा। धन्यवाद हमारे साथ बात करने के लिए। ये देखिए, ये युवा वकील भी हैं और सीनियर वकील भी हैं हमारे साथ, जिन्होंने बताया भी किस तरह वकीलों को फाइनेंशियल और मेंटल क्राइसिस से गुजरना पड़ रहा है। 800 से अधिक वकील ऐसे हैं जिन्होंने ये एप्लीकेशन दी है कि उन्हें कोई और काम करने दिया जाए, क्योंकि उनके पास खाने को रोजी रोटी नहीं है। अब हम बात करेंगे बार एसोसिएशन के प्रधान जो हैं विपिन ढंड, उनके साथ उनका क्या कहना है। आप देख सकते हैं कि युवा वकीलों की ओर से बार एसोसिएशन के प्रेसिडेंट विपिन ढंड को एक मेमोरेंडम दिया जा रहा है। इनका कहना है कि कोरोना काल के दौरान वकीलों को खासी मुश्किल का सामना करना पड़ रहा है। हकीकत जो युवा वकील हैं, फाइनेंशियल क्राइसिस उनके सामने आ गए हैं, कोर्ट खुल नहीं रहे हैं। कोरोना पहले मार्च सारा बंद रहा, फिर कोर्ट कुछ रिस्ट्रिक्शन लगाई हैं। हमारे साथ हैं विपिन ढंड, इनसे बात करते हैं। ढंड साहब नमस्कार जी। नमस्कार जी। ढंड साहब, आज ਤੁਹਾਨੂੰ ਮੈਮੋਰੰਡਮ ਦਿੱਤਾ ਇਹਨਾਂ ਦਾ, ਕੀ ਕਹਿਣਾ ਇਹਨਾਂ ਨੂੰ? ਇਹ ਬਹੁਤ ਹੀ ਜਿਹੜਾ ਜੈਨੂਇਨ ਕਾਰਨਾਂ ਤੇ ਮੈਮੋਰੰਡਮ ਔਰ ਸਹੀ ਸਮੇਂ ਤੇ ਜਿਹੜਾ ਮੈਮੋਰੰਡਮ ਜਿਹੜਾ ਇਹਨਾਂ ਨੇ ਦਿੱਤਾ ਹੈ। ਮਹਾਮਾਰੀ ਦੇ ਕਾਰਨ ਨੋ ਡਾਊਟ ਅਸੀਂ ਪਿਛਲੇ 2 ਸਾਲਾਂ ਤੋਂ ਸਫ਼ਰ ਕਰ ਰਹੇ ਹਾਂ ਔਰ ਸਭ ਤੋਂ ਵੱਧ ਜਿਹੜਾ ਸਫ਼ਰ ਕੀਤਾ ਉਹ ਸਾਡੀ ਐਡਵੋਕੇਟ ਕਲਾਸ ਨੇ ਕੀਤਾ। ਐਡਵੋਕੇਟ ਕਲਾਸ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਆਮਦਨ ਅਦਾਲਤ ਦੇ ਕੇਸਾਂ ਤੋਂ ਇਲਾਵਾ ਨਹੀਂ ਹੋ ਸਕਦੀ ਔਰ ਅਦਾਲਤ ਦੇ ਜਿਹੜੇ ਕੇਸ ਨੇ ਪਿਛਲੇ 1.5-2 ਸਾਲ ਤੋਂ ਆਲਮੋਸਟ ਕੰਮ ਬੰਦ ਪਿਆ। ਪਿੱਛੇ ਅਸੀਂ ਇੱਕ ਵਾਰੀ ਓਨਰੇਬਲ ਹਾਈ ਕੋਰਟ ਦੇ ਨੂੰ ਕਹਿ ਕੇ ਤੇ ਕੰਮ ਸ਼ੁਰੂ ਕਰਵਾਇਆ ਸੀ, ਪਰ ਦੁਬਾਰਾ ਸੈਕੰਡ ਵੇਵ ਆਉਣ ਕਰਕੇ ਦੁਬਾਰਾ ਫਿਰ ਕੰਮ ਬੰਦ ਕਰਨਾ ਪਿਆ। ਹੁਣ ਵੀ ਸਾਡੀ ਮੀਟਿੰਗ ਹੋਈ, ਸਾਡੇ ਇੰਸਪੈਕਟਿੰਗ ਜੱਜ ਸਾਹਿਬ ਆਏ ਹਾਈ ਕੋਰਟ ਤੋਂ, ਉਹਨਾਂ ਦੇ ਨਾਲ ਮੀਟਿੰਗ ਹੋਈ ਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਕੰਮ ਜਿਹੜਾ ਉਹ ਸ਼ੁਰੂ ਕਰਵਾਇਆ ਜਾਵੇ, ਕਿਉਂਕਿ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੋ ਚੁੱਕੇ ਆ ਕਿ ਸਾਡੇ ਵਕੀਲਾਂ ਦਾ ਰੋਜ਼ ਦਾ ਜਿਹੜਾ ਰੋਜੀ ਰੋਟੀ ਦਾ ਹੈ ਉਹ ਵੀ ਕੰਮ ਠੱਪ ਹੋਇਆ ਪਿਆ ਤੇ ਬਹੁਤ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜੇ ਆ ਸਾਨੂੰ ਦੇਖਣੇ ਪੈ ਰਹੇ ਆ। ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਸੀ ਕਿ 1 ਤਰੀਕ ਤੋਂ ਜਿਹੜਾ ਕੰਮ ਆ ਉਹ ਸਟਾਰਟ ਕਰ ਦਿੱਤਾ ਜਾਏਗਾ, ਪਰ ਸਾਨੂੰ ਅੱਜ ਹੀ ਪਤਾ ਲੱਗਿਆ ਕਿ ਜਿਹੜਾ 50% ਵਰਕਿੰਗ ਦੇ ਨਾਲ ਜਿਹੜਾ ਕੰਮ ਉਹ ਸ਼ੁਰੂ ਕੀਤਾ ਗਿਆ ਔਰ ਉਹ ਵੀ ਕੰਮ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਸ਼ੁਰੂ ਨਹੀਂ ਕੀਤਾ ਗਿਆ। ਸਾਰੀਆਂ ਕੋਰਟਾਂ ਜਿਹੜੀਆਂ ਵਰਕਿੰਗ ਦੇ ਵਿੱਚ ਨਹੀਂ ਆ ਤੇ ਉਸ ਚੀਜ਼ ਦਾ ਅਸੀਂ ਜਿਹੜਾ ਆਪਣਾ ਵਿਰੋਧ ਜਿਹੜਾ ਪਹਿਲਾਂ ਹੀ ਪ੍ਰਗਟਾ ਚੁੱਕੇ ਹਾਂ ਤੇ ਹੁਣ ਅਸੀਂ ਬਾਰ ਐਸੋਸੀਏਸ਼ਨ ਵੱਲੋਂ ਇੱਕ ਰਿਪਰੈਜ਼ੈਂਟੇਸ਼ਨ ਬਣਾ ਕੇ ਇਸ ਮੈਮੋਰੰਡਮ ਨੂੰ ਵੀ ਨਾਲ ਲਗਾ ਕੇ ਤੇ ਓਨਰੇਬਲ ਹਾਈ ਕੋਰਟ ਨੂੰ ਦੁਬਾਰਾ ਅਸੀਂ ਬੇਨਤੀ ਕਰਾਂਗੇ ਕਿ ਕੰਮ ਜਿਹੜਾ ਹੈ ਉਹ ਜਲਦ ਤੋਂ ਜਲਦ ਜਿਹੜਾ ਸਟਾਰਟ ਫੁੱਲ ਫਲੈਜ ਕੰਮ ਸਟਾਰਟ ਕਰਾਇਆ ਜਾਵੇ, ਕਿਉਂਕਿ ਬਾਕੀ ਵੀ ਸਾਰੇ ਕੰਮ ਜਿਹੜੇ ਆਲਮੋਸਟ ਸ਼ੁਰੂ ਹੋ ਚੁੱਕੇ ਨੇ ਤੇ ਸਾਡੇ ਵਕੀਲਾਂ ਨਾਲ ਹੀ ਇਸ ਤਰ੍ਹਾਂ ਦਾ ਧੱਕਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਮੈਂ ਜਿੰਨੇ ਵੀ ਐਡਵੋਕੇਟ ਸਾਹਿਬਾਨ ਅੱਜ ਆਏ ਨੇ ਮੇਰੇ ਨਾਲ, ਇੱਥੇ ਘੁੰਮਣ ਸਾਹਿਬ ਬੈਠੇ ਨੇ, ਵਰਮਾਨੀ ਸਾਹਿਬ ਨੇ, ਹੋਰ ਸਾਡੇ ਸਾਰੇ ਜਿਹੜੇ ਨੌਜਵਾਨ ਜਿਹੜੇ ਐਡਵੋਕੇਟ ਨੇ ਉਹ ਬੈਠੇ ਨੇ, ਮੈਂ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਸਰਕਾਰ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਵਕੀਲਾਂ ਬਾਰੇ ਵੀ ਜ਼ਰੂਰ ਕੁਛ ਸੋਚਣ, ਕਿਉਂਕਿ ਹਰ ਇੱਕ ਕਲਾਸ ਦਾ ਜਿਹੜਾ ਸਰਕਾਰਾਂ ਸੋਚਦੀਆਂ ਨੇ ਪਰ ਵਕੀਲਾਂ ਨੂੰ ਇਗਨੋਰ ਕੀਤਾ ਜਾਂਦਾ ਹਮੇਸ਼ਾ ਹੀ। ਇਲੈਕਸ਼ਨ ਵੇਲੇ ਜਿਹੜਾ ਉਦੋਂ ਵਕੀਲਾਂ ਦੇ ਕੋਲ ਆ ਜਾਂਦੇ ਨੇ ਕਿ ਠੀਕ ਹੈ ਜੀ ਵੋਟਾਂ ਪਾ ਦਿਓ ਸਾਨੂੰ ਤੇ ਸਾਡੀਆਂ ਸਰਕਾਰਾਂ ਬਣਾ ਦਿਓ, ਜਿਤਾ ਦਿਓ, ਲੇਕਿਨ ਬਾਅਦ ਦੇ ਵਿੱਚ ਇੱਕ ਵਕੀਲ ਕਲਾਸ ਹੈ ਜਿਹਨੂੰ ਬਹੁਤ ਜ਼ਿਆਦਾ ਇਗਨੋਰ ਕੀਤਾ ਜਾਂਦਾ, ਕੋਈ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਨਹੀਂ ਦਿੱਤੀ ਜਾਂਦੀ। ਮੈਂ ਸਰਕਾਰ ਤੋਂ ਮੰਗ ਕਰਾਂਗਾ ਕਿ ਜਿਹੜੇ ਸਾਡੇ 5 ਸਾਲ ਤੋਂ ਥੱਲੇ ਦੀ ਪ੍ਰੈਕਟਿਸ ਵਾਲੇ ਐਡਵੋਕੇਟ ਨੇ ਘੱਟੋ ਘੱਟ ਉਹਨਾਂ ਵਾਸਤੇ ਕੋਈ ਸਟਾਈਫੈਂਡ ਦਾ ਜਿਹੜਾ ਬੰਦੋਬਸਤ ਕੀਤਾ ਜਾਵੇ ਤੇ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਐਡਵੋਕੇਟਸ ਨੂੰ ਇਸ ਵੇਲੇ ਚਾਹੀਦੀਆਂ ਨੇ ਉਹ ਪ੍ਰੋਵਾਈਡ ਕਰਾਈਆਂ ਜਾਣ। ਢੰਡ ਸਾਹਿਬ, ਕੋਈ ਐਸੇ ਵਕੀਲ ਜਿਹੜੇ ਇਸ ਕਰੋਨਾ ਕਾਲ ਦੇ ਦੌਰਾਨ ਕੰਮ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਗੁਜ਼ਰੇ ਹੋਣ ਤੇ ਆਪਣਾ ਲਾਇਸੈਂਸ ਸਰੈਂਡਰ ਕਰ ਗਏ ਹੋਣ, ਕਿਉਂਕਿ ਉਹ ਕਹਿੰਦੇ ਹੁਣ ਵੀ ਅਸੀਂ ਕੰਮ ਕੋਈ ਹੋਰ ਕਰ ਲਈਏ? ਦੇਖੋ ਜੀ, ਲਾਇਸੈਂਸ ਸਰੈਂਡਰ ਜਿਹੜਾ ਹੋਣਾ ਜੀ ਉਹ ਸਾਡੇ ਬਾਰ ਕੌਂਸਲ ਤੋਂ ਹੁੰਦਾ, ਲੇਕਿਨ ਬਹੁਤ ਜ਼ਿਆਦਾ ਉੱਥੇ ਵੀ ਮੈਨੂੰ ਪਤਾ ਚੱਲਿਆ ਕਿ ਉੱਥੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਇਨ ਰਾਈਟਿੰਗ ਰਿਕੁਐਸਟ ਆਈਆਂ ਐਡਵੋਕੇਟਸ ਵੱਲੋਂ ਕਿ ਸਾਡੇ ਐਡਵੋਕੇਟ ਐਕਟ ਦੇ ਵਿੱਚ ਬਾਰ ਹੈ ਕਿ ਅਸੀਂ ਕੋਈ ਹੋਰ ਕੰਮ ਨਹੀਂ ਕਰ ਸਕਦੇ ਐਡਵੋਕੇਸੀ ਦੇ ਨਾਲ। ਇਸ ਤਰ੍ਹਾਂ ਦੀਆਂ ਬਹੁਤ ਨੰਬਰ ਆਫ ਐਪਲੀਕੇਸ਼ਨਸ ਆਈਆਂ ਨੇ ਜਿਹਦੇ 'ਚ ਉਹਨਾਂ ਨੇ ਇਹ ਪਰਮਿਸ਼ਨ ਮੰਗੀ ਆ ਕਿ ਸਾਨੂੰ ਕੋਈ ਨਾ ਕੋਈ ਹੋਰ ਦੂਜਾ ਜਿਹੜਾ ਕੰਮ ਆ ਉਹ ਕਰਨ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਵਕਾਲਤ ਦਾ ਕੰਮ ਜਿਹੜਾ ਉਹ ਪੂਰੀ ਤਰ੍ਹਾਂ ਠੱਪ ਹੋ ਗਿਆ।
ਸਾਹਿਬ ਪਿੱਛੇ ਇੱਕ ਉਪਰਾਲਾ ਕੀਤਾ ਗਿਆ ਸੀਗਾ, ਜਿਹਨੇ ਸੀਰੀਅਲ ਵਕੀਲ ਸੀ ਉਹਨਾਂ ਨੂੰ ਸਟਾਈਪੈਂਡ ਖੁਦ 5-5 ਹਜ਼ਾਰ ਰੁਪਏ ਦਿੱਤਾ ਗਿਆ ਸੀਗਾ ਲਾਸਟ ਈਅਰ। ਇਸ ਸਾਲ ਵੀ ਕਿਉਂਕਿ ਜਿਹੜੇ ਯੂਥ ਐਡਵੋਕੇਟ ਹੈ ਉਹਨਾਂ ਨੂੰ ਤੇ ਕਹਿੰਦੇ ਨਾ ਵੀ ਬਾਹਰ ਆਉਂਦਿਆਂ ਹੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿ ਇਸ ਵਾਰੀ ਫਿਰ ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ? ਜੀ ਅਸੀਂ ਬਾਰ ਕੌਂਸਲ ਨੂੰ ਬੇਨਤੀ ਕੀਤੀ ਹੈ ਜੀ ਕਿ ਲਾਸਟ ਟਾਈਮ ਦੀ ਤਰ੍ਹਾਂ ਇਸ ਵਾਰ ਵੀ ਸਾਰੇ ਵਕੀਲਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਮਦਦ ਜਿਹੜੀ ਆ ਪ੍ਰੋਵਾਈਡ ਕੀਤੀ ਜਾਵੇ। ਉਹਨਾਂ ਨੇ ਹੁਣ ਜਿਹੜੀ ਆ ਸਾਡੇ ਜਿਹੜੇ ਕਰੋਨਾ ਤੋਂ ਪੀੜਤ ਵਕੀਲ ਰਹੇ ਨੇ ਉਹਨਾਂ ਲਈ ਪਹਿਲਾਂ 5000 ਦੀ ਮਦਦ ਕੀਤੀ ਸੀ, ਹੁਣ ਉਹਨਾਂ ਨੇ ਉਹ ਅਮਾਊਂਟ ਵਧਾ ਕੇ 20000 ਰੁਪਇਆ ਜਿਹੜਾ ਕੋਵਿਡ ਪੋਜ਼ਿਟਿਵ ਦੀ ਰਿਪੋਰਟ ਲੈ ਕੇ ਆਉਂਦਾ ਵਕੀਲ, ਉਹਨੂੰ 20000 ਰੁਪਏ ਦੀ ਫਾਈਨੈਂਸ਼ੀਅਲ ਮਦਦ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਤੇ ਬਾਕੀ ਵੀ ਸਾਡੀ ਕੋਸ਼ਿਸ਼ ਹੈ ਕਿ ਜਲਦੀ ਵਕੀਲਾਂ ਵਾਸਤੇ ਜਿਹੜਾ ਉਹਨਾਂ ਤੋਂ ਹੋਰ ਫੰਡ ਜਿਹੜੇ ਆ ਉਹ ਕਰਵਾਈਏ। ਡਾਕਟਰ ਸਾਹਿਬ ਕਿੰਨੇ ਕੁ ਵਕੀਲ ਹੋਣੇ ਜਿਨ੍ਹਾਂ ਨੇ ਜਿਹੜੇ ਅਫੈਕਟਡ ਹੋਏ ਖਾਸ ਕਰ ਕੋਰੋਨਾ ਤੋਂ? ਵੇਖੋ ਜੀ, ਵਕੀਲ ਜਿਹੜੇ ਐਜ਼ ਪਰ ਰਿਕਾਰਡ ਸਾਡੀ ਨੌਲੇਜ 'ਚ ਆਏ ਨੇ ਉਹ ਕੋਈ 50 ਤੋਂ 60 ਵਕੀਲ ਨੇ ਜਿਹੜੇ ਕਰੋਨਾ ਤੋਂ ਪ੍ਰਭਾਵਿਤ ਹੋਏ, ਜਿਹੜੇ ਸਾਡੇ ਰਿਕਾਰਡ ਦੇ ਵਿੱਚ ਨੇ, ਜਿਹੜੇ ਪੋਜ਼ਿਟਿਵ ਆਏ ਨੇ। ਉਹਦੇ ਤੋਂ ਇਲਾਵਾ 3 ਡੈਥ ਜਿਹੜੀਆਂ ਸਾਡੇ ਇੱਥੇ ਐਡਵੋਕੇਟਸ ਦੀਆਂ ਹੋਈਆਂ ਨੇ, ਜਿਨ੍ਹਾਂ 'ਚ 2 ਸਾਡੇ ਸੀਨੀਅਰ ਐਡਵੋਕੇਟ ਸਾਹਿਬਾਨ ਤੇ ਇੱਕ ਸਾਡਾ ਯੰਗ ਐਡਵੋਕੇਟ ਜਿਹੜਾ ਉਹ ਕਰੋਨਾ ਦੇ ਕਾਰਨ ਜਿਹੜਾ ਸਾਡੇ ਤੋਂ चला गया जी। धन्यवाद। ये थे विपिन ढांडा, बार एसोसिएशन के प्रेसिडेंट हैं। इनका कहना है कि जो युवा वकीलों की ओर से मेमोरेंडम इन्हें दिया गया है, ये अपनी तरफ से भी लिखेंगे। जो बार एसोसिएशन हाई कोर्ट की है, तमाम जो हैं कोर्ट खुलनी चाहिए, क्योंकि धीरे धीरे सरकार ने सब कुछ खोल दिया है, तो फिर कोर्ट किस कारण बंद हैं? हमारी भी सरकार से अपील है वकीलों की सुनवाई की जाए, क्योंकि ये युवा वकील हैं, काफ़ी फाइनेंशियल क्राइसिस से गुजर रहे हैं, इनका कोई और काम तो है नहीं। अमृतसर से D4 न्यूज़ के लिए दीपक भंडारी की खास रिपोर्ट।